Viewers, welcome back to News TV84. Break the बाद साथ जुड़ चुके हैं श्रोमणी अकाली दल अमृतसर के अमेरिकन ब्रांच के सीनियर वाइस प्रेसिडेंट भाई रेशम सिंह जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਨੂੰ 28 ਦਿਨ ਤੋਂ ਵੀ ਉੱਪਰ ਹੋ ਗਏ ਨੇ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। सब तो पहला तो जी मैं थोड़ा धन्यवाद करना चाहूँगा जिन्होंने समय समय से जो भी कोई पंथक इशू है तो मौका दिता है अपने विचार जोड़े अपने समूचे नाल साझे करता है जी। शुक्रिया। तो वो सब तो पहला तो जी गल भाई गुरबख्श सिंह होने वाली है, ये इको एक इशू नूं लैके उन्होंने जिहड़ा ये भुख हड़ताल की है वो है जिहड़े वीर सरकार वालों अदालतां वालों दित्तियां सजावां भुगत चुके हैं और उन्होंने भी लंबा समा उस तो बाद जेलों च चेन किया गया है। कई वीर इदां दे ने जिन्होंने 5-5 6-6 साल हो गए जिन्होंने अपनी सजा भुगत लई है पर उन्होंने रिहा नहीं किया जा रहा। हाँ जी। तो इस इशू नूं लैके उन्होंने जिहड़ी अपनी प्रोटेस्ट दे वजों अपनी जिहड़ी भुख हड़ताल शुरू की है और उहदे एक बड़ा नोबल कॉज है। पिछले लंबे समय तो किसी भी जथेबंदी ने इस वाल बहुता ध्यान नहीं दिता, हालांकि एक बहुत इंपोर्टेंट इशू सीगा कि वो गुरसिख बंदे जिन्होंने कौम की खातर पंथ की खातर अपने सारी जवानी जिहड़ी आ वो कौम दे लेखे लाती और उन्होंने इन्नी अणदेखी की उन्होंने वीरां दी। ते अज जे भाई गुरबख्श सिंह उन्होंने इस इशू नूं जिहड़ा पहल के तौर पर लिया तां ओह धन्नता दे योग ने असीं उन्हां दा एप्रीशिएट भी करते हैं और असीं हर हीले उन्हां दा जिहड़ा सहयोग देण दा प्रॉमिस भी करते हैं जी। ते वीर जी साहब बालियां सिख संगतां इस मोर्चे विच की योगदान पा सकदियां ने, इस बारे भी जानकारी दिओ। हाँ, सब तो पहला तो मैं यही कहना चाहूँगा कि कल जिहड़ा इंटरनेशनल ह्यूमन राइट्स डे जिहड़ा दुनिया भर दे विच मनाया गया 10 तरीक ते ਉਹ ਸਿੱਖਾਂ ਨੇ ਐਜ਼ ਏ ਪ੍ਰੋਟੈਸਟ ਜਿਹੜਾ ਉਹ ਇੰਡੀਅਨ ਐਮਬੈਸੀਆਂ ਦੇ ਅੱਗੇ ਯੂਐਨਓ ਦੇ ਅੱਗੇ ਜਾਂ ਹੋਰ ਜਿਹੜੇ ਸਰਕਾਰੀ ਇਦਾਰੇ ਆ ਉਹਨਾਂ ਦੇ ਅੱਗੇ ਉਹਨਾਂ ਨੇ ਪ੍ਰੋਟੈਸਟ ਕੀਤਾ। ਇਸ ਗੱਲ ਦਾ ਦਿਖਾਵਾ ਕੀਤਾ ਕਿ ਭਾਈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਵੇਂ ਘੱਟ ਗਿਣਤੀਆਂ ਲਈ ਇੱਕ ਵੱਖਰਾ ਕਾਨੂੰਨ ਹੈ, ਜਿਹੜੀ ਮੈਜੋਰਟੀ ਕਮਿਊਨਿਟੀ ਹੈ ਉਹਦੇ ਵਾਸਤੇ ਵੱਖਰਾ ਕਾਨੂੰਨ ਹੈ, ਕਿਵੇਂ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹਨਾਂ ਨਾਲ ਕਿਵੇਂ ਧੱਕਾ ਕੀਤਾ ਜਾਂਦਾ ਔਰ ਬਾਹਰਲੇ ਸਿੱਖ ਜਿਹੜੇ ਆ ਉਹ ਕਿਉਂਕਿ ਉਸ ਜ਼ਾਲਮ ਸਰਕਾਰ ਦੇ ਸਕੰਜੇ ਤੋਂ ਉਹਨਾਂ ਦੇ ਪਿੰਜਰੇ ਤੋਂ ਬਾਹਰ ਹੈ ਉਹ ਆਪਣਾ ਪ੍ਰੋਟੈਸਟ ਉਹਨਾਂ ਨੇ ਬੜਾ ਬਾਖੂਬੀ ਉਹਨਾਂ ਨੇ ਸਾਰਾ ਜਿਹੜਾ ਮੀਡੀਆ ਦੇ ਵਿੱਚ ਵੀ ਅਸੀਂ ਦੇਖਿਆ ਸਾਰਾ ਕੁਝ ਹੋਇਆ ਉਹ ਬਹੁਤ ਵਧੀਆ ਉਹਨਾਂ ਨੇ ਪ੍ਰੋਟੈਸਟ ਕੀਤਾ। ਪਰ ਇੱਥੇ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਇੱਕ ਦਿਨ ਪ੍ਰੋਟੈਸਟ ਕਰਕੇ ਆਪਾਂ ਅਵੇਸਲੇ ਨਾ ਹੋ ਜਾਈਏ। ਇਹ ਸੰਘਰਸ਼ ਜਿਹੜਾ ਇਹ ਲਗਾਤਾਰ ਜਾਰੀ ਰਹਿਣਾ ਚਾਹੀਦਾ। ਬਿਲਕੁਲ ਜੀ। ਦੂਸਰੀ ਗੱਲ ਹੈ ਕਿ ਜਿਹੜੀ ਹੈਗੀ ਹੈ ਇਹਦੇ ਚ ਜਿਹੜਾ ਅੱਜ ਦਾ ਕੋਈ ਵੀ ਸੰਘਰਸ਼ ਹੈ ਤੁਸੀਂ ਚਾਹੇ ਜਿਹੜਾ ਆਮ ਆਦਮੀ ਦੀ ਗੱਲ ਕਰ ਲਓ, ਅੰਨਾ ਹਜ਼ਾਰੇ ਦੀ ਗੱਲ ਕਰ ਲਓ, ਹੋਰ ਜਿਹੜੀਆਂ ਕਿ ਮਨੁੱਖਤਾ ਦੇ ਜਿਹੜੇ ਸੰਘਰਸ਼ ਲੜ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਮੀਡੀਆ ਦਾ ਹੈ। ਹਾਂਜੀ। ਪਰ ਬਦਕਿਸਮ ਦੀ ਸਾਡੀ ਲਾ ਲਓ ਕਿ ਅਸੀਂ ਸਾਡੇ ਵਾਲੇ ਜਿਹੜੇ ਸੰਘਰਸ਼ ਨੇ ਜਾਂ ਸਾਡੀ ਜਿਹੜੀ ਗੱਲ ਹੈ ਉਹਦੇ ਚ ਮੀਡੀਆ ਨੇ ਬਿਲਕੁਲ ਟੋਟਲੀ ਜਿਹੜਾ ਉਹ ਅੱਖਾਂ ਮੀਚੀਆਂ ਹੋਈਆਂ ਨੇ ਜੀ। ਸੋ ਮੈਂ ਇਹ ਸਾਰੇ ਸਮੁੱਚੇ ਜਗਤ ਨੂੰ ਜਿਹੜਾ ਬੰਦੇ ਬਾਹਰ ਸਿੱਖ ਬੈਠੇ ਨੇ ਜਿੱਥੇ ਕਿਤੇ ਵੀ ਕੋਈ ਬੈਠਾ ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਚਾਹੇ ਸਾਨੂੰ ਕੁਝ ਸਮੇਂ ਲਈ ਮੀਡੀਆ ਨੂੰ ਪੇ ਕਰਨਾ ਪਵੇ ਜਾਂ ਕਿਸੇ ਵੀ ਤਰ੍ਹਾਂ ਸਾਨੂੰ ਕੋਈ ਪਹੁੰਚ ਕਰਨੀ ਪਵੇ, ਜਿਹੜਾ ਵਿਦੇਸ਼ਾਂ ਦੇ ਵਿੱਚ ਮੀਡੀਆ ਬੈਠਾ ਹੈ ਐਟਲੀਸਟ ਘੱਟੋ ਘੱਟ ਉਹ ਕੁਛ ਨਾ ਕੁਛ ਉਹਦਾ ਹਿੱਸਾ ਜਿਹੜਾ ਉਹ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਵੀ ਸੁਣਿਆ ਜਾਂਦਾ ਹੈ। ਔਰ ਸਾਰਿਆਂ ਨੂੰ ਬੇਨਤੀ ਹੈ ਚਾਹੇ ਅਖਬਾਰਾਂ ਰਾਹੀਂ ਜਾਂ ਇਲੈਕਟ੍ਰੋਨਿਕ ਮੀਡੀਆ ਜਾਂ ਰੇਡੀਓ ਜਿਸ ਤਰੀਕੇ ਨਾਲ ਵੀ ਆਪਾਂ ਆਪਣੀ ਗੱਲ ਪਹੁੰਚਾ ਸਕਦੇ ਹਾਂ ਉਹ ਪੰਜਾਬ ਦੇ ਵਿੱਚ ਇਕੱਲੇ ਬੱਚੇ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਸਿੱਖਾਂ ਨਾਲ ਕਿਵੇਂ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਕਿਵੇਂ ਧੱਕਾ ਕਰ ਰਹੀ ਹੈ। ਜੀ ਬਿਲਕੁਲ ਵੀਰ ਜੀ। ਤੇ ਤਾਂ ਹੀ ਤਾਂ TV84 ਦਾ ਵੀ ਇਹੀ ਉਪਰਾਲਾ ਕਿ ਜਿੰਨੀ ਸਾਰੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ, ਤੁਹਾਡੇ ਵਰਗੀਆਂ ਮਹਾਨ ਸ਼ਖਸੀਅਤਾਂ ਨੂੰ ਟੀਵੀ ਤੇ ਲੈ ਕੇ ਜਿਹੜੀਆਂ ਸੁੱਤੀਆਂ ਪਈਆਂ ਸਾਰੀਆਂ ਸੰਗਤਾਂ ਨੂੰ ਉਹਨਾਂ ਨੂੰ ਉਠਾਇਆ ਜਾਵੇ। ਤੇ ਵੀਰ ਜੀ ਜਿਸ ਤਰ੍ਹਾਂ ਹੁਣ ਆਪਾਂ ਪੰਥਕ ਮੁੱਦਿਆਂ ਬਾਰੇ ਵੀ ਗੱਲਬਾਤ ਕਰਾਂਗੇ, ਜਿਸ ਤਰ੍ਹਾਂ 21 ਦਸੰਬਰ ਨੂੰ ਨਰਿੰਦਰ ਮੋਦੀ ਦੀ ਜਗਰਾਵਾਂ ਮੋਗਾ ਵਿੱਚ ਹੋ ਰਹੀ ਰੈਲੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਟੈਸਟ ਰੈਲੀ ਕੱਢੀ ਜਾ ਰਹੀ ਹੈ, ਇਸ ਬਾਰੇ ਵੀ ਸਾਡੀ ਤੁਹਾਨੂੰ ਜਾਣਕਾਰੀ ਦਿਓ। ਇਹ ਹੈ ਜੀ ਕਿ ਇਹ ਜਿਹੜੀ ਰੈਲੀ ਹੈ ਜਿਸ ਦਿਨ ਤੋਂ ਪੰਜਾਬ ਦੀ ਸਰਕਾਰ ਨੇ ਮੋਦੀ ਨੂੰ ਇਨਵਾਈਟ ਕੀਤਾ ਸੀ ਪੰਜਾਬ 'ਚ ਹਾਂਜੀ ਉਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨ ਸਿੰਘ ਮਾਨ ਨੇ ਇਹ ਐਲਾਨ ਕੀਤਾ ਜੀ ਕਿ ਇਹ ਜਿਹੜਾ ਸ਼ਖਸ ਹੈ ਇਹ ਘੱਟ ਗਿਣਤੀ ਕੌਮਾਂ ਦਾ ਕਾਤਲ ਹੈ ਜੀ
ਇਹਨੇ 60,000 ਸਿੱਖਾਂ ਨੂੰ ਬੇਘਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਹੋਈ ਹੈ ਜੀ। ਇਹਨੇ ਮੁਸਲਮਾਨ ਵੀਰਾਂ ਦਾ ਜਿਹੜਾ ਸ਼ਰੇਆਮ ਜਿਹੜਾ ਕਤਲੇਆਮ ਸਿੱਖੀ ਹੈ ਉਹਨਾਂ ਦਾ ਜਿਹੜਾ ਮੁਸਲਮਾਨਾਂ ਦਾ ਸਿੱਖਾਂ ਦਾ ਇਹ ਕਾਤਲ ਹੈ। ਸੋ ਇਸ ਕਰਕੇ ਇਹਨੂੰ ਬਿਲਕੁਲ ਪੰਜਾਬ 'ਚ ਨਹੀਂ ਵੜਨ ਦਿੱਤਾ ਜਾਊਗਾ। ਹਾਂਜੀ। ਸੋ ਉਹਨਾਂ ਨੇ ਆਪਣੀ ਜਿਹੜੀ ਉਸੇ ਦਿਨ ਜਿਹੜਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਫੈਸਲਾ ਲਿਆ ਸੀਗਾ ਕਿ ਅਸੀਂ ਕਾਲੀਆਂ ਝੰਡੀਆਂ ਨਾਲ ਇਹਦਾ ਵਿਰੋਧ ਕਰਾਂਗੇ ਜੀ। ਤੇ ਉਹ ਤੋਂ ਦਿਨ ਬ ਦਿਨ ਜਿਸ ਤਰ੍ਹਾਂ ਹਾਲਾਤ ਬਦਲਦੇ ਜਾਂਦੇ ਆ, ਜਿਵੇਂ ਸਰਕਾਰ ਆਪਣੇ ਪੈਂਚਰੇ ਬਦਲਦੀ ਹੈ, ਉਸੇ ਤਰ੍ਹਾਂ ਪਾਰਟੀ ਨੇ ਵੀ ਡਿਸਾਈਡ ਕੀਤਾ ਬਾਕੀ ਹੋਰ ਜਥੇਬੰਦੀਆਂ ਨਾਲ, ਪੰਥਕ ਜਥੇਬੰਦੀਆਂ ਜਿਹੜੀਆਂ ਕੌਮ ਲਈ ਕੰਮ ਕਰ ਰਹੀਆਂ ਨੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਮੇਂ-ਸਮੇਂ ਤੇ ਉਹਨਾਂ ਨੇ ਆਪਣਾ ਜਿਹੜਾ ਆ ਉਹ ਫੈਸਲਾ ਉਹਨੂੰ ਬਦਲਿਆ। ਹਾਂਜੀ। ਹੁਣ ਉਹਨਾਂ ਨੇ ਬਿਲਕੁਲ ਉਹਦੇ ਬਰਾਬਰ ਜਿਹੜੀ ਆ 21 ਤਰੀਕ ਨੂੰ ਰੈਲੀ ਰੱਖੀ ਗਈ ਆ, ਜਿਹਦੇ 'ਚ ਉਹਨਾਂ ਨੇ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਵੀ ਘੱਟੋ ਘੱਟ 50,000 ਬੰਦਾ ਉਹਨਾਂ ਨੇ ਇਕੱਠਾ ਕਰਨ ਦਾ ਜਿਹੜਾ ਉਹ ਡਿਸੀਜਨ ਲਿਆ ਹੈਗਾ ਜੀ। ਔਰ ਉਹਦੇ ਲਈ ਉਹ ਉਪਰਾਲਾ ਕਰ ਰਹੇ ਪਿਛਲੇ 3-4 ਵੀਕ ਤੋਂ ਲਗਾਤਾਰ ਜਿਹੜੇ ਉਹਨਾਂ ਦਾ ਇੱਕ ਜਿਹੜਾ ਵਰਕਰ ਆ, ਇੱਕ ਜਿਹੜਾ ਉਹਨਾਂ ਦਾ ਸੀਨੀਅਰ ਆਗੂ ਆ, ਕੋਈ ਵੀ ਉਹ ਇੱਥੇ ਕੰਮ ਕਰ ਰਹੇ ਆ ਜੀ। ਸੋ 21 ਤਰੀਕ ਜਿਹੜੀ ਰੈਲੀ ਹੈ ਉਹ ਹੈਗੀ ਆ ਮੁੱਲਾਪੁਰ ਦਾਖਾਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਬਾਕੀ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਉਹ ਉੱਥੇ ਕਰਾਈ ਜਾ ਰਹੀ ਹੈ ਜੀ। ਔਰ ਜਿੱਥੇ ਇਹ ਗੱਲ ਜਿਹੜੀ ਆ ਸਿੱਖਾਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਇੱਕ ਸਮੇਂ ਦੇ ਉੱਤੇ ਦੋ ਵੱਡੇ ਅਹਿਮ ਜਿਹੜੇ ਡਿਸੀਜਨ ਜਿਹੜੇ ਆ ਉਹ ਲਏ ਗਏ ਆ। ਹਾਂਜੀ। ਔਰ ਦੋਨੋਂ ਜਿਹੜੇ ਇਸ਼ੂ ਆ ਉਹ ਇਕੁਅਲੀ ਇੰਪੋਰਟੈਂਟ ਹੈਗੇ ਆ ਜੀ। ਸੋ ਕੋਈ ਵੀ ਇਹਨਾਂ ਦੇ ਵਿੱਚ ਇਸ਼ੂ ਨਹੀਂ ਏਦਾਂ ਜਿਸ ਤੇ ਅਸੀਂ ਥੋੜੀ ਬਹੁਤੀ ਢਿੱਲ ਦਿਖਾ ਸਕੀਏ। ਜੇ ਅਸੀਂ ਮੋਦੀ ਨੂੰ ਰੋਕਣ ਦੇ ਵਿੱਚ ਨਾ ਕਾਮਯਾਬ ਹੁੰਦੇ ਆ ਤਾਂ ਵੀ ਇਹ ਸਿੱਖਾਂ ਲਈ ਇੱਕ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਚੈਲੰਜ ਹੋਊਗਾ ਔਰ ਇਹ ਇੱਕ ਸਿੱਖਾਂ ਲਈ ਬਹੁਤ ਘਾਟੇ ਵਾਲੀ ਗੱਲ ਹੋਊਗੀ। ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਇੱਕ ਚੁਣੌਤੀ ਜਿਹੜੀ ਖੜੀ ਹੋ ਜਾਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਨੇ ਜਿਹੜੀ ਪਾਰਟੀ ਨੇ ਜੀ ਸਿੱਖੀ ਦਾ ਤੇ ਸਿੱਖਾਂ ਦਾ ਹੁਣ ਤੱਕ ਨੁਕਸਾਨ ਕੀਤਾ ਹੈ, ਹਾਂਜੀ, ਜਿਨ੍ਹਾਂ ਦੇ ਭਾਈਵਾਲ ਜਿਹੜੇ ਖਿੱਸਾਧਾਰੀ ਹਿੰਦੂ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਲਾਣਾ ਸਾਰਾ ਜੀ, ਸੋ ਇਹ ਸਾਰੇ ਸਿੱਖੀ ਦੇ ਖਾਤਮੇ ਵਾਸਤੇ ਜਾਂ ਘੱਟ ਗਿਣਤੀ ਕੌਮਾਂ ਦੇ ਖਾਤਮੇ ਵਾਸਤੇ ਜਿਹੜੇ ਇਹ ਲਗਾਤਾਰ ਜਿਹੜੇ ਇਹ ਕੋਸ਼ਿਸ਼ ਕਰ ਰਹੇ ਆ। ਇਹ ਗੱਲ ਮੈਂ ਇੱਥੇ ਜ਼ਰੂਰ ਆਪਣੇ ਸਰੋਤਿਆਂ ਨੂੰ ਕਹਿਣੀ ਚਾਹੁੰਦਾ ਕਿ ਦੇਖੋ ਇਹ ਇੱਕ ਸਿਸਟਮੈਟਿਕ ਤਰੀਕੇ ਨਾਲ ਸਿੱਖਾਂ ਨੂੰ ਖਤਮ ਕਰਨ ਦੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਲੜਾਈਆਂ ਜਾ ਰਹੀਆਂ ਨੇ ਜੀ, ਬਿਲਕੁਲ ਜਿਹੜੀ RSS ਹੈ ਉਹ ਜਿਹੜੀ ਇੰਡੀਕੇਟ ਕਰਦੀ ਹੈ ਜਾਂ ਉਹ BJP ਨੂੰ ਉਹਨੇ ਅੱਗੇ ਲਾਇਆ ਹੋਇਆ, BJP ਨੇ ਬਾਦਲ ਨੂੰ ਅੱਗੇ ਲਾਇਆ ਹੋਇਆ, ਬਾਦਲ ਨੇ ਕਹਾ ਜਥੇਦਾਰਾਂ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾਇਆ ਹੋਇਆ। ਹਾਂਜੀ, ਸ਼੍ਰੋਮਣੀ ਕਮੇਟੀ ਤੇ ਬਾਕੀ ਜਿਹੜੇ ਜਥੇਦਾਰ ਹੈ ਉਹਨਾਂ ਨੇ ਕਹਾ ਸੰਤ ਸਮਾਜ ਨੂੰ ਅੱਗੇ ਲਾਇਆ ਹੋਇਆ। ਸੰਤ ਸਮਾਜ ਨੇ ਕਹਾ ਅਨਪੜ੍ਹ ਜਿਹੜੀ ਸੰਗਤ ਹੈ ਜਾਂ ਜਿਹੜੀ ਭੋਲੀ ਸੰਗਤ ਹੈ ਜਿਹਨੂੰ ਕਹਿੰਦੇ ਵੀ ਆਪਾਂ ਨਾ ਉਹਨਾਂ ਨੂੰ ਰਾਜਨੀਤੀ ਬਾਰੇ ਪਤਾ ਹੈ ਨਾ ਧਰਮ ਬਾਰੇ ਕੋਈ ਗਿਆਨ ਹੈ, ਹਾਂਜੀ, ਉਹਨਾਂ ਨੂੰ ਸਾਰੇ ਉਹ ਸਾਧਾਣੇ ਨੇ ਉਹਨਾਂ ਨੂੰ ਆਪਣੇ ਮਗਰ ਲਾਇਆ ਹੋਇਆ। ਉਹ ਲੈ ਦੇ ਕੇ ਇੱਕ ਚੇਨ ਬਣੀ ਹੋਈ ਹੈ ਸਿੱਖਾਂ ਦੇ ਖਾਤਮੇ ਵਾਸਤੇ। ਜੇ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ, ਕਾਂਗਰਸ ਨੇ ਸਿੱਖਾਂ ਨੂੰ ਖਤਮ ਕਰਨ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ, ਹਾਂਜੀ, ਪਰ RSS ਜਿਹੜੀ ਹੈ ਸਾਰੇ ਸਿਸਟਮ ਦੇ ਥਰੂ ਜਿਹੜਾ ਸਿੱਖੀ ਨੂੰ ਖਤਮ ਕਰਨ ਵਾਸਤੇ ਤੁਲੀ ਹੋਈ ਹੈ ਜੀ, ਬਿਲਕੁਲ। ਤੇ ਵੀ ਤੁਸੀਂ ਸੰਤ ਸਮਾਜ ਦੀ ਗੱਲ ਕੀਤੀ ਹੈ, ਸੰਤ ਸਮਾਜ ਦੇ ਇੱਕ ਡੈਲੀਗੇਸ਼ਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ ਤੇ ਇਸ ਦੀ ਥਾਂ ਹਿੰਦੂ ਵਿਕਰਮਿਤ ਕੈਲੰਡਰ ਨੂੰ ਲਾਗੂ ਕੀਤਾ ਜਾਵੇ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਜਾਣਕਾਰੀ ਦਿਓ। ਇਹ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਉਹ ਜਿਹੜਾ ਸੰਤ ਸਮਾਜ ਜਿਹੜਾ ਇਹਨੂੰ ਮੇਰੇ ਕੋਲ ਤਾਂ ਹੋਰ ਵੀ ਬਹੁਤ ਲਫ਼ਜ਼ ਹੈਗੇ ਨੇ ਵੀ ਇਹਨਾਂ ਨੂੰ ਕਿੱਦਾਂ ਸੰਬੋਧਨ ਕੀਤਾ ਜਾਵੇ, ਪਰ ਕਿਉਂਕਿ ਅਸੀਂ ਮੀਡੀਆ ਦੇ ਵਿੱਚ ਬਹੁਤ ਸਾਨੂੰ ਆਪਣੇ ਲਫ਼ਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੀ, ਬਿਲਕੁਲ। ਪਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਉਸ ਸੰਤ ਸਮਾਜ ਨੂੰ ਰੀਪ੍ਰੈਜ਼ੈਂਟ ਕੌਣ ਕਰ ਰਿਹਾ ਹੈ? ਹਾਂਜੀ, ਜਸਵੀਰ ਸਿੰਘ ਰੋਡੇ ਜੀ। ਜੀ ਆਪਣੀ ਕ੍ਰੈਡੀਬਿਲਿਟੀ ਕੀ ਹੈ ਕਿ ਉਹ ਸਭ ਤੋਂ ਵੱਡਾ ਸਿੱਖ ਕੌਮ ਦਾ ਜੇ ਉਹਨੂੰ ਗਦਾਰ ਕਹਿ ਲਿਆ ਜਾਵੇ ਤਾਂ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਹਾਂਜੀ, ਜਿਸ ਵੇਲੇ ਕੌਮ ਜਿਹੜੀ ਆ ਇੱਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ ਜੀ, ਤਾਂ ਇਸ ਬੰਦੇ ਨੇ ਪੂਰੀ ਕੌਮ ਨੂੰ ਗਹਿਣੇ ਰੱਖ ਕੇ ਤਾਂ ਉਸ ਵੇਲੇ ਇਹਨੇ ਸੈਂਟਰ ਸਰਕਾਰ ਨਾਲ ਸਮਝੌਤਾ ਕੀਤਾ ਹੈ। ਹਾਂਜੀ, ਸੋ ਉਹ ਬੰਦਾ ਜਿਹੜਾ ਅੱਜ ਵੀ ਪਤਾ ਨਹੀਂ, ਕਈ ਵਾਰੀ ਮੈਂ ਸੋਚਦਾ ਇਹ ਵੀ ਪਤਾ ਨਹੀਂ ਕੀ ਮਜਬੂਰੀਆਂ ਨੇ ਸਾਡੇ ਲੀਡਰਾਂ ਦੀਆਂ ਵੀ ਜੀ, ਕਿ ਜਿਹੜਾ ਇਹ ਭਾਈ ਗੁਰਬਖਸ਼ ਸਿੰਘ ਵਾਲਾ ਇਸ਼ੂ ਵੀ ਸੀਗਾ, ਇਹ ਜੀ ਗੱਲਬਾਤ ਕਰਨ ਵਾਸਤੇ ਵੀ ਜਸਵੀਰ ਸਿੰਘ ਰੋਡੇ ਨੂੰ ਅੱਗੇ ਲਿਆਂਦਾ ਗਿਆ ਜੀ। ਫਿਰ ਜਦੋਂ ਅਸੀਂ ਬਾਹਰੋਂ ਇੱਥੋਂ ਥੋੜਾ ਜਿਹਾ ਪ੍ਰੈਸ਼ਰ ਪਾਇਆ ਕਿ ਇਹ ਜਿਹੜਾ ਡਿਸੀਜਨ ਹੈ ਬਿਲਕੁਲ ਸਹੀ ਨਹੀਂ ਹੈਗਾ, ਬਿਲਕੁਲ ਗਲਤ ਡਿਸੀਜਨ ਹੈ ਜੀ। ਜਿਹੜਾ ਬੰਦਾ ਆਪ ਵਿਕਿਆ ਹੋਇਆ ਉਹ ਕੌਮ ਦਾ ਸੌਦਾ ਤਾਂ ਕਰ ਸਕਦਾ ਪਰ ਕੌਮ ਦੀ ਲੜਾਈ ਨਹੀਂ ਲੜ ਸਕਦਾ ਉਹ। ਹਾਂਜੀ,
ਸੋ ਉਹ ਗੱਲ ਨੂੰ ਲੈ ਕੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਕੈਲੰਡਰ ਜਿਹੜਾ ਉਹਨੂੰ ਮੂਲੋਂ ਰੱਦ ਕਰ ਦੇਣਾ ਚਾਹੀਦਾ ਹੈ। ਹਾਂਜੀ। ਔਰ ਜਿਹੜੇ ਗ੍ਰੰਥਾਂ ਦੀ ਉਹ ਰੈਫਰੈਂਸ ਦੇ ਰਿਹਾ ਹੈ, ਉਹ ਭਾਈ ਸੰਤੋਖ ਸਿੰਘ ਵੱਲੋਂ ਲਿਖੇ ਹੋਏ ਜਿਹੜੇ ਗ੍ਰੰਥ ਨੇ ਉਹਨਾਂ ਦਾ ਰੈਫਰੈਂਸ ਦੇ ਰਿਹਾ ਹੈ ਜੀ। ਮੈਂ ਅੱਜ ਇਸ ਮੀਡੀਆ ਰਾਹੀਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਉਹ ਜਿਹੜੇ ਗ੍ਰੰਥ ਦੀ ਗੱਲ ਕਰ ਰਿਹਾ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਜੀ ਉਹਦੀ ਤੁਲਨਾ ਕੀਤੀ ਜਾਵੇ ਕਿ ਉਹਦੇ ਚੋਂ ਕਿੰਨੇ % ਜਿਹੜੀਆਂ ਉਹਦੀਆਂ ਕਥਾਵਾਂ, ਉਹਦੀਆਂ ਸਾਖੀਆਂ, ਉਹਦੇ ਜਿਹੜੇ ਜੋ ਵੀ ਉਹਦੇ ਚ ਲਿਖਿਆ ਹੋਇਆ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਉੱਤੇ ਕਿੰਨਾ ਪੂਰਾ ਢੁਕਦਾ ਹੈ। ਜੀ ਜੀ ਇਹ ਇੱਕ ਚਾਲ ਹੈਗੀ ਆ, ਇਹ ਸਾਰੇ ਸਰਕਾਰੀ ਜਿਹੜਾ ਹੈਗਾ ਇਹ ਤੰਤਰ ਬਣਿਆ ਹੋਇਆ ਇਹਨਾਂ ਦਾ ਕਿ ਕਿੱਦਾਂ ਲੋਕਾਂ ਨੂੰ ਕਿੱਦਾਂ ਉਲਝਾ ਕੇ ਸਾਰੀ ਸਿੱਖ ਕੌਮ ਨੂੰ ਤੇ ਉਸ ਹਿੰਦੂਤਵ ਦੇ ਖਾਰੇ ਸਮੁੰਦਰ ਦੇ ਵਿੱਚ ਡੋਬਣ ਦੀਆਂ ਚਾਲਾਂ ਨੇ ਸਾਰੀਆਂ ਇਹ। ਜੀ ਜੀ। ਸੋ ਇਹ ਸਿੱਖ ਕੌਮ ਜਿਹੜੇ ਇਸ ਵੇਲੇ ਪੰਥਕ ਲੋਕ ਜਿਹੜੇ ਜਾਗਤ ਹੈ, ਭਾਵੇਂ ਗਿਣਤੀ ਉਹਨਾਂ ਦੀ ਬਹੁਤ ਘੱਟ ਹੈ, ਹਾਂਜੀ, ਪਰ ਫਿਰ ਵੀ ਮੈਂ ਇਹੀ ਬੇਨਤੀ ਕਰਾਂਗਾ ਕਿ ਭਾਈ ਆਪਣੇ ਜਿਹੜੇ ਇਸ਼ੂ ਸਾਡੇ ਪੰਥਕ ਇਸ਼ੂ ਹੈ ਜੀ, ਐਟ ਲੀਸਟ ਉਹ ਜਿਹੜੇ ਇਸ਼ੂ ਆ ਉਹਨਾਂ ਨੂੰ ਤੁਸੀਂ ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਭੇਦਭਾਵ ਤੋਂ ਉਹਨਾਂ ਨੂੰ ਇਕਮੁੱਠ ਹੋ ਕੇ ਉਹਨਾਂ ਨੂੰ ਅੱਗੇ ਤੋਰੋ ਤਾਂ ਕਿ ਇਹ ਜਿਹੜੇ ਲੋਕ ਆ ਜਿਹੜੇ ਪੈਰ ਤੇ ਕੌਮ ਦੇ ਜਿਹੜੀ ਨਿਲਾਮੀ ਕਰਦੇ ਆ, ਜਿਹੜੇ ਪੈਰ ਤੇ ਕੌਮ ਦਾ ਮੁੱਲ ਵੱਟਦੇ ਆ, ਹਾਂਜੀ, ਇਹਨਾਂ ਨੂੰ ਪਿੱਛਾ ਸੁੱਟਿਆ ਜਾਵੇ, ਇਹਨਾਂ ਨੂੰ ਉਤਾਰਿਆ ਜਾਵੇ। ਇੱਕ ਗੱਲ ਮੈਂ ਜ਼ਰੂਰ ਇੱਥੇ ਕਹਿਣੀ ਚਾਹਾਂਗਾ ਜੀ ਕਿ ਜਿਸ ਤਰੀਕੇ ਦਾ ਰੋਲ ਤਾਕਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਹੈ ਜੀ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਇਹ ਸਿਰਫ ਜੇ ਤੁਸੀਂ ਗੁਰਬਾਣੀ ਨੂੰ ਪੜ੍ਹ ਲਓ, ਜੇ ਤੁਸੀਂ ਗੁਰੂ ਇਤਿਹਾਸ ਨੂੰ ਪੜ੍ਹ ਲਓ ਤਾਂ ਇਹਨਾਂ ਦਾ ਕੋਈ ਪ੍ਰਿਥੀ ਚੰਦ ਜਾਂ ਜਿਹੜਾ ਧੀਰਮਲ ਜਾਂ ਰਾਮ ਰਾਈਆਂ ਤੋਂ ਇਲਾਵਾ ਕੋਈ ਘੱਟ ਨਹੀਂ ਹੈਗਾ ਰੋਲ ਇਹਨਾਂ ਦਾ। ਹਾਂਜੀ, ਜੇ ਇਹ ਅਵਤਾਰ ਸਿੰਘ ਮੱਕੜ ਨੂੰ ਜੇ ਨਰੈਣੂ ਮਹੰਤ ਵੀ ਕਹਿ ਲਿਆ ਜਾਵੇ ਤਾਂ ਕੋਈ ਅਤ ਕਥਨੀ ਨਹੀਂ ਆਏ ਇਹਦੇ ਚ ਜੀ। ਜਿਸ ਤਰੀਕੇ ਨਾਲ ਸਿੱਖੀ ਦਾ ਘਾਣ ਕਰ ਰਹੇ ਆ, ਜਿਸ ਤਰੀਕੇ ਨਾਲ ਸਿੱਖਾਂ ਦੇ ਪੈਸੇ ਦਾ ਉਜਾੜਾ ਕਰ ਰਹੇ ਆ, ਜਿਸ ਤਰ੍ਹਾਂ ਗੁਰੂ ਘਰਾਂ ਦੀਆਂ ਗੋਲਕਾਂ ਲੁੱਟ ਕੇ ਤੇ ਇਹ ਬਾਦਲਕਿਆਂ ਦੇ ਖਾਤੇ 'ਚ ਪਾਈਆਂ ਜਾ ਰਹੀਆਂ ਔਰ ਜਿਸ ਢੀਠਤਾਈ ਨਾਲ ਸਿੱਖ ਕੌਮ ਦੇ ਜਿਹੜੇ ਨੌਜਵਾਨ ਜਿਹੜੇ ਕੌਮ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਪ੍ਰਤੀ ਇਹ ਪੈਂਤਰੇ ਨਿਤ ਨਵੇਂ ਪੈਂਤਰੇ ਜਿਹੜੇ ਚੇਂਜ ਕਰਦੇ ਆ। ਇਹਦਾ ਪੁੱਤ ਜੇ ਹੁਣ ਮਰਿਆ ਇਹਨੂੰ ਪਤਾ ਕਿ ਪੁੱਤ ਦੇ ਮਰਨ ਦਾ ਦੁੱਖ ਕੀ ਹੁੰਦਾ ਹੈ, ਪਰ ਜਿਨ੍ਹਾਂ ਨੂੰ 30 ਸਾਲ ਹੋ ਗਏ ਨੇ ਸੜਕਾਂ ਦੇ ਉੱਤੇ ਮੁਜ਼ਾਹਰੇ ਕਰਦਿਆਂ ਨੂੰ, ਆਪਣੇ ਪੁੱਤਾਂ ਲਈ ਇਨਸਾਫ ਮੰਗਦਿਆਂ ਨੂੰ, ਉਹਨਾਂ ਬਾਰੇ ਵੀ ਇਹਨੂੰ ਸੋਚਣਾ ਚਾਹੀਦਾ ਹੈ। ਜੀ ਬਿਲਕੁਲ ਵੀ ਜੀ, ਇਹ ਗੱਲਾਂ ਜਿਹੜੀਆਂ ਨੇ ਇਹ ਇਹਨਾਂ ਤੱਕ ਪਹੁੰਚਦੀਆਂ ਨੇ, ਇਹ ਗੱਲਾਂ ਸਾਰੀਆਂ ਸੁਣਦੇ ਨੇ ਹਾਂਜੀ, ਪਰ ਇਹਨਾਂ ਦੀ ਜ਼ਮੀਰ ਵਿਕੀ ਹੋਈ ਹੈ, ਇਹ ਆਪ ਵਿਕੇ ਹੋਏ ਨੇ, ਲਾਲਚੀ ਨੇ ਜੀ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜੀ ਗੁਲਾਮ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਸਭ ਤੋਂ ਵੱਡਾ ਉਹਦਾ ਜਿਹੜਾ ਔਗਣ ਹੁੰਦਾ ਉਹਦੇ ਅੰਦਰ ਲਾਲਚ ਹੁੰਦਾ ਹੈ। ਹਾਂਜੀ। ਦੂਸਰਾ ਹੁੰਦਾ ਉਹਦੇ ਅੰਦਰ ਡਰ ਹੁੰਦਾ ਹੈ ਜੀ। ਜਿਹੜਾ ਅੱਜ ਦੇ ਜੇ ਤੁਸੀਂ ਪੰਜਾਬ ਦੇ ਸਿੱਖਾਂ ਦੀ ਹਾਲਤ ਦੇਖ ਲਓ ਹਾਂਜੀ, ਅੱਜ ਸਾਰੀਆਂ ਜਿਹੜੀਆਂ ਪੰਥਕ ਜਥੇਬੰਦੀਆਂ, ਚਾਹੇ ਉਹ ਪੰਜ ਪ੍ਰਧਾਨੀ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਜਾਂ ਜਿਹੜੀਆਂ ਬਾਕੀ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕੌਮ ਦਾ ਸੰਘਰਸ਼ ਲੜ ਰਹੀਆਂ ਨੇ ਜੀ, ਉਹਨਾਂ ਦਾ ਇੱਕੋ ਹੀ ਇੱਕ ਨਿਸ਼ਾਨਾ ਇਹ ਹੈ ਕਿ ਕੌਮ ਜਿਹੜੀ ਆ ਉਹਦੇ ਮਨ ਚੋਂ ਡਰ ਕੱਢਿਆ ਜਾਵੇ ਕਿਸ ਤਰ੍ਹਾਂ। ਹਾਂਜੀ ਬਿਲਕੁਲ ਜੀ। ਤੇ ਉਹ ਹਰ ਹੀਲਾ ਲਾ ਰਹੇ ਨੇ, ਹਰ ਤਰੀਕਾ ਵਰਤ ਰਹੇ ਨੇ। ਜੇ ਖਾਲਿਸਤਾਨ ਦੀ ਗੱਲ ਸੁਪਰੀਮ ਕੋਰਟ 'ਚ ਗਈ ਹੈ ਤੇ ਸਿਮਰਨਜੀਤ ਸਿੰਘ ਮਾਨ ਨੇ ਇਹ ਗੱਲ ਜਿਹੜੀ ਹੈ ਸੁਪਰੀਮ ਕੋਰਟ ਤੋਂ ਫੈਸਲਾ ਲੈ ਕੇ ਦਿੱਤਾ ਸਿੱਖਾਂ ਨੂੰ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ। ਹਾਂਜੀ ਜੀ। ਤੇ ਇਹ ਸਾਰੀਆਂ ਗੱਲਾਂ ਇਸੇ ਕਰਕੇ ਹੋ ਰਹੀਆਂ ਨੇ ਕਿ ਸਿੱਖਾਂ ਦੇ ਮਨ 'ਚ ਜਿਹੜਾ ਡਰ ਬਿਠਾਇਆ ਗਿਆ ਹੈ ਜੀ, ਕਿ ਜਿਹੜਾ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਇੰਟਰਨੈਸ਼ਨਲ ਤੌਰ ਤੇ ਜੀ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸਿੱਖਾਂ ਦੇ ਮਨਾਂ ਚੋਂ ਕੱਢਣ ਵਾਸਤੇ ਜਾਂ ਸਿੱਖਾਂ ਨੂੰ ਲਾਮਬੰਦ ਕਰਨ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਦੇ ਮਨ ਦੇ ਵਿੱਚੋਂ ਇਹ ਗੱਲ ਦਾ ਡਰ ਕੱਢਿਆ ਜਾਵੇ। ਜਿਹੜੀ ਗੱਲ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਤਾਂ ਗੁਰੂ ਨਾਨਕ ਸਾਹਿਬ ਨੇ ਜੇ ਬਾਬਰ ਨੂੰ ਜਾਬਰ ਕਿਹਾ ਜੀ ਤਾਂ ਸਾਡੇ ਲਈ ਵੀ ਇੱਕ ਐਗਜ਼ਾਮਪਲ ਹੈ ਕਿ ਅੱਜ ਦੇ ਬਾਬਰ ਨੂੰ ਵੀ ਅਸੀਂ ਜਾਬਰ ਕਹੀਏ। ਹਾਂਜੀ। ਜੋ ਅੱਜ ਬਾਬਰ ਦਾ ਰੋਲ ਕਰ ਰਿਹਾ, ਜਿਵੇਂ ਪਹਿਲਾਂ ਭਾਈ ਸਾਹਿਬ ਨੇ ਵੀ ਕਿਹਾ ਕਿ ਜਿਹੜੇ ਲੋਕਾਂ ਨੂੰ ਬਾਬਰ ਮਾਰ ਰਿਹਾ ਸੀ ਹਾਂਜੀ ਉਹ ਨਿਹੱਥੇ ਸੀ ਹਾਂਜੀ, ਉਹ ਕੋਈ ਉਹਦੇ ਨਾਲ ਕੋਈ ਬਰਾਬਰ ਦੀ ਟੱਕਰ ਨਹੀਂ ਸੀ, ਕੋਈ ਲੜਾਈ ਨਹੀਂ ਸੀ ਲੜ ਰਹੇ ਜੀ। ਇਸ ਕਰਕੇ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਹਾਂਜੀ, ਸਖਤਾ ਸੀ ਮਾਰੇ ਪੈ ਬਗੇ ਖਸਮੇ ਸਾ ਪੁਰਸਾਏ ਜੀ ਜੀ। ਜੇ ਤਕੜਾ ਤਕੜੇ ਨੂੰ ਮਾਰਦਾ ਤਾਂ ਉਹਦੇ 'ਚ ਕੋਈ ਰੋਸ ਵਾਲੀ ਗੱਲ ਨਹੀਂ ਹੈ ਹਾਂਜੀ, ਪਰ ਜੇ ਇੱਕ ਦੋਵਾਂ ਦੇ ਭੇਡਾਂ ਦੇ ਬੱਗ ਦੇ ਉੱਤੇ ਇੱਕ ਸ਼ੇਰ ਜਿਹੜਾ ਟੁੱਟ ਕੇ ਪੈ ਜੇ ਜੀ
ਤਾਂ ਜਿਹੜਾ ਉਹ ਬੱਗ ਦਾ ਮਾਲਕ ਹੈ, ਜਿਹੜਾ ਉਹ ਸਾਰੇ ਦਾ ਮਾਲਕ ਹੈ, ਉਹਨਾਂ ਗਰੀਬਾਂ ਦਾ ਮਾਲਕ ਹੈ ਜੀ, ਤਾਂ ਉਹਨੂੰ ਗੁੱਸਾ ਆਉਣਾ ਚਾਹੀਦਾ, ਜ਼ਰੂਰੀ ਹੈ, ਕੁਦਰਤੀ ਜੀ ਹੈ। ਬਿਲਕੁਲ ਵੀਰ ਜੀ, ਯੈਸ। ਤੇ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਇਸ ਗੱਲ ਦਾ ਹੌਸਲਾ ਦਿੱਤਾ ਹੈ ਹਾਂਜੀ ਕਿ ਇੱਥੇ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਜੀ, ਬਿਲਕੁਲ। ਮੈਂ ਹਾਲਾਂਕਿ ਉਸ ਵੇਲੇ ਦੇ ਸਮਾਜ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਖੁੱਲ ਕੇ ਵੀ ਸਮਾਜ ਜਿਹੜਾ ਸੀ ਉਹ ਕਿੰਨਾ ਕੁ ਨਿੱਘਰ ਚੁੱਕਾ ਸੀ, ਉਹਦਾ ਕਾਰਨ ਕੀ ਸੀ? ਹਾਂਜੀ, ਉਸ ਵੇਲੇ ਦੇ ਧਾਰਮਿਕ ਲੋਕ ਜਿਹੜੇ ਸੀ ਉਹ ਪਖੰਡੀ ਸੀ, ਜਿਵੇਂ ਅੱਜ ਦੇ ਸਾਡੇ ਧਾਰਮਿਕ ਲੀਡਰ ਜਿਹੜੇ ਪਖੰਡ ਕਰ ਰਹੇ ਆ। ਜੀ ਜੀ ਬਿਲਕੁਲ। ਇਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ, ਚਾਹੇ ਸੰਤ ਸਮਾਜ ਦੀ ਗੱਲ ਕਰ ਲਈਏ, ਚਾਹੇ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ, ਸੰਤਾਂ ਦੇ ਜਥੇਦਾਰਾਂ ਦੀ ਗੱਲ ਕਰ ਲਈਏ, ਚਾਹੇ ਇਹ ਜਿਹੜੇ ਅਖੌਤੀ ਅਕਾਲੀ ਆ, ਇਹਨਾਂ ਨੂੰ ਅਕਾਲੀ ਕਹਿਣਾ ਵੀ ਜਾਨੀ ਹੁਣ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਹਨਾਂ ਨੂੰ ਅਕਾਲੀ ਵੀ ਕਿਹਾ ਜਾਵੇ। ਜੀ ਬਿਲਕੁਲ ਬਿਲਕੁਲ ਵੀਰ ਜੀ, ਵੀ ਡੂ ਅਗਰੀ ਵਿਦ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਰੀ ਸਿੱਖ ਕੌਮ ਡਰ ਦੇ ਨੇਰੇ ਵਿੱਚ ਆਈ ਹੋਈ, ਜਿਸ ਤਰ੍ਹਾਂ ਜਥੇਦਾਰ ਨੇ ਪਹਿਲਾਂ ਸਾਡਾ ਸਾਥ ਦਿੱਤਾ, ਫਿਰ ਹੁਣ ਇੱਕਦਮ ਯੂ ਟਰਨ ਮਾਰ ਦਿਓ, ਵੀ ਕਿਸੇ ਚੀਜ਼ ਤੋਂ ਡਰਦੇ ਹੀ ਹੋਣਗੇ ਜਿਹੜੇ ਇਸ ਤਰ੍ਹਾਂ ਦੀਆਂ ਯੂ ਟਰਨ ਮਾਰੀਆਂ। ਪਰ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਸਿੱਖ ਸੰਗਤਾਂ ਨੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਪਰ ਸਾਡੇ ਕੋਲ ਸਵਾਲ ਤੁਹਾਡੇ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।